हाँ जी स्टूडेंट्स, वेलकम करते हैं तुहाडा तूर स्टडी क्लास यूट्यूब चैनल दे विच। इस वीडियो दे विच स्टूडेंट्स आपां जिहड़े कि पोलीटिकल साइंस का टॉपिक राज दी नीति दे निर्देशक सिद्धांत करांगे। हाँ जी, डायरैक्टिव प्रिंसीपल ऑफ स्टेट पॉलिसी, राज दी नीति दे निर्देशक सिद्धांत की ने। ठीक है, सामवादी दे जिहड़े कि निर्देशक सिद्धांत की ने, सामवादी ते गांधीवादी निर्देशक सिद्धांत की ने, ये आपां सारा टॉपिक इस वीडियो च करांगे। हाँ जी, सब तो पहले तो आपां देखदे कि निर्देशक सिद्धांत हुंदे की ने। सुतंत्र भारत ਦੇ ਜਿਹੜੇ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਦੀ ਕੇਂਦਰੀ ਸਰਕਾਰ, ਸੈਂਟਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਨੀਤੀਆਂ ਦੇ ਨਿਰਮਾਣ ਸੰਬੰਧੀ ਕੁਝ ਵਡਮੁੱਲੇ ਨਿਰਦੇਸ਼ ਦਿੱਤੇ। ਇਹਨਾਂ ਨਿਰਦੇਸ਼ਾਂ ਨੂੰ ਹੀ ਕੀ ਕਿਹਾ ਜਾਂਦਾ? ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਤੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਤੇ ਇਹ ਸੰਵਿਧਾਨ ਦੇ ਭਾਗ ਚੌਥੇ ਵਿੱਚ ਦਰਜ ਨੇ। ਭਾਰਤੀ ਸੰਵਿਧਾਨ ਦੇ ਚੌਥੇ ਭਾਗ ਦੇ ਵਿੱਚ ਦਰਜ ਨੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਤੇ ਆਰਟੀਕਲ 36 ਤੋਂ ਲੈ ਕੇ 51, ਅਨੁਛੇਦ 36 ਤੋਂ ਲੈ ਕੇ 51 ਤੱਕ। ਤੇ ਇਹ ਨਿਰਦੇਸ਼ਕ ਸਿਧਾਂਤ ਜਿਹੜੇ ਕਿ ਸੰਵਿਧਾਨ ਸਭਾ ਦੇ ਸੰਵਿਧਾਨਿਕ ਸਲਾਹਕਾਰ ਸਰ ਬੀ ਐਨ ਰਾਓ ਦੇ ਸੁਜੈਸ਼ਨ ਦੇ ਅਨੁਸਾਰ ਆ ਜਿਹੜੇ ਕਿ ਇਹ ਸੰਵਿਧਾਨ ਦੇ ਖਰੜੇ ਵਿੱਚ ਸ਼ਾਮਿਲ ਕੀਤੇ ਗਏ। ਠੀਕ ਹੈ, ਇਹ ਸ਼ਾਰਟਲੀ ਵੀ ਇੰਪੋਰਟੈਂਟ ਆ ਕਿ ਇਹਨਾਂ ਨੂੰ ਕਿਹਨਾਂ ਨੇ ਜਿਹੜੇ ਕਿ ਸੁਝਾਅ ਦਿੱਤਾ ਸੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਸੰਬੰਧੀ? ਡਾਕਟਰ ਬੀ ਐਨ ਰਾਓ ਨੇ। ਤੇ ਡਾਕਟਰ ਬੀ ਐਨ ਰਾਓ ਸੰਵਿਧਾਨ ਦੇ ਸੰਵਿਧਾਨਿਕ ਸਲਾਹਕਾਰ ਨੇ। ਤੇ ਇਹਨਾਂ ਨੇ ਜਿਹੜੇ ਕਿ ਸੁਝਾਅ ਦਿੱਤੇ ਇਹਨਾਂ ਨੂੰ ਸ਼ਾਮਲ ਕਰਨ ਦੇ ਲਈ। ਤੇ ਇਹਨਾਂ ਸਿਧਾਂਤਾਂ ਨੂੰ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕਰਨ ਦੀ ਪ੍ਰੇਰਨਾ ਕਿੱਥੋਂ ਲਈ ਗਈ ਸੀ? ਆਇਰਲੈਂਡ ਤੋਂ। ਆਇਰਲੈਂਡ ਦੇ ਸੰਵਿਧਾਨ ਤੋਂ ਲੈ ਗਏ ਨੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਆਇਰਲੈਂਡ ਨੇ 1937 ਦੇ ਵਿੱਚ ਜਿਹੜੇ ਕਿ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਹੋਏ ਸੀ। ਤਾਂ ਇਹ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਸੁਤੰਤਰ ਭਾਰਤ ਅਤੇ ਰਾਜ ਸਰਕਾਰਾਂ ਲਈ ਨਿਰਦੇਸ਼ ਨੇ। ਤੇ ਇਹ ਸਿਧਾਂਤ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਨੂੰ ਨਿਰੰਤਰ ਯਾਦ ਕਰਵਾਉਂਦੇ ਨੇ ਕਿ ਉਹ ਆਪਣੇ ਨੀਤੀਆਂ ਦਾ ਨਿਰਮਾਣ ਅਜਿਹੇ ਰੂਪ ਦੇ ਵਿੱਚ ਕਰਨ ਜਿਨ੍ਹਾਂ ਨਾਲ ਇਹਨਾਂ ਸਿਧਾਂਤਾਂ ਵਿੱਚ ਅੰਕਿਤ ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇ। ਤੇ ਡਾਕਟਰ ਬੀ ਆਰ ਅੰਬੇਦਕਰ ਨੇ ਕਿਹਾ ਕਿ ਸੰਵਿਧਾਨ ਦੇ ਇਸ ਭਾਗ ਦਾ ਨਿਰਮਾਣ ਕਰਕੇ ਸੰਵਿਧਾਨ ਸਭਾ ਭਵਿੱਖ ਦੇ ਵਿਧਾਨ ਮੰਡਲਾਂ ਤੇ ਕਾਰਜਪਾਲਿਕਾ ਨੂੰ ਇਸ ਸੰਬੰਧੀ ਕੁਝ ਨਿਰਦੇਸ਼ ਦੇ ਰਹੀ ਹੈ ਤੇ ਉਹਨਾਂ ਨੇ ਆਪਣੀਆਂ ਵਿਧਾਨਿਕ ਤੇ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਿਵੇਂ ਕਰਨੀ ਹੈ। ਤੇ ਇਹ ਨਿਰਦੇਸ਼ਕ ਸਿਧਾਂਤ ਕੇਂਦਰ ਤੇ ਰਾਜ ਸਰਕਾਰਾਂ ਲਈ ਬੰਧਨਕਾਰੀ ਆਦੇਸ਼ ਨਹੀਂ, ਸਗੋਂ ਸੰਵਿਧਾਨ ਦੇ ਵਿੱਚ ਇਹ ਸਪਸ਼ਟ ਵਿਵਸਥਾ ਕੀਤੀ ਗਈ ਹੈ ਕਿ ਇਹਨਾਂ ਨਿਰਦੇਸ਼ਕ ਸਿਧਾਂਤਾਂ ਨੂੰ ਅਦਾਲਤਾਂ ਦੁਆਰਾ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਸਿਧਾਂਤ ਕੀ ਨੇ? ਜਨਹਿਤ ਦੇ ਵਿੱਚ ਨੇ। ਠੀਕ ਹੈ, ਇਹ ਤੁਸੀਂ ਇਹ ਸਾਰਾ ਕੁਝ ਇੰਟਰੋਡਕਸ਼ਨ 'ਚ ਲਿਖ ਦੇਣਾ। ਹੁਣ ਆਪਾਂ ਅੱਗੇ ਟੌਪਿਕ ਕਰਦੇ ਇਹਦਾ ਮੇਨ। ਠੀਕ ਹੈ, ਅੱਗੇ ਇਹ ਆਪਣਾ ਹੋਏਗਾ ਕਿ ਰਾਜਨੀਤੀ ਨਿਰਦੇਸ਼ਕ ਸਿਧਾਂਤ ਹੈ ਕੀ ਨੇ, ਆਪਾਂ ਨੇ ਕਰ ਲਿਆ ਕਿ ਚੌਥੇ ਭਾਗ ਦੇ ਵਿੱਚ ਦਰਜ ਨੇ। ਠੀਕ ਹੈ, ਡਾਕਟਰ ਬੀ ਆਰ ਅੰਬੇਦਕਰ ਨੇ। ਹਾਂਜੀ, ਹੁਣ ਆਪਾਂ ਕਰਦੇ ਹਾਂ ਨਿਰਦੇਸ਼ਕ ਸਿਧਾਂਤਾਂ ਦਾ ਵਰਗੀਕਰਨ। ਠੀਕ ਹੈ, ਜਾਂ ਦਿਸ਼ਾਮਾਨ। ਹਾਂਜੀ, ਇਹ 36 ਤੋਂ 51 ਤੱਕ ਦਰਜ ਨੇ। ਇਹਨਾਂ ਨੂੰ 3 ਹਿੱਸਿਆਂ ਦੇ ਵਿੱਚ ਜਿਹੜੇ ਕਿ ਇਹ 3 ਸ਼੍ਰੇਣੀਆਂ ਵਿੱਚ ਨਹੀਂ ਸਮਾਉਂਦੇ, ਸਗੋਂ ਇਹਨਾਂ ਦੇ 4 ਸ਼੍ਰੇਣੀਆਂ ਵਿੱਚ ਦੱਸੇ ਗਏ ਨੇ ਇਹ। ਤਾਂ ਪਹਿਲਾਂ ਕੀ ਨੇ? ਜਿਹੜੇ ਕਿ ਮਤਲਬ ਕਿ ਪ੍ਰੋਫੈਸਰ ਐਮ ਪੀ ਸ਼ਰਮਾ ਨੇ ਤਾਂ ਇਹਨਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਸੀ, ਸਮਾਜਵਾਦੀ, ਗਾਂਧੀਵਾਦੀ ਤੇ ਉਦਾਰਵਾਦੀ। ਬਟ ਜਿਹੜੇ ਕਿ ਕਈ ਇਹਨਾਂ ਨੂੰ ਜਿਹੜੇ ਕਿ 4 ਹਿੱਸਿਆਂ ਵਿੱਚ ਵੰਡਿਆ ਜਾਂਦਾ। ਜਿਵੇਂ ਇਹ ਹੈਗੇ ਨੇ ਸਧਾਰਨ। ਪਹਿਲਾਂ ਤਾਂ ਸਧਾਰਨ ਦੇਖਦੇ ਹਾਂ। 36 ਤੋਂ 36, 37, 48, 48 ਏ ਤੇ 49 ਇਹ ਜਿਹੜੇ ਕਿ ਸਿਧਾਂਤ ਨੇ ਇਹ ਸਧਾਰਨ ਜਨਰਲ ਪ੍ਰਿੰਸੀਪਲਸ ਅਖਵਾਉਂਦੇ ਨੇ। ਤੇ ਇਹ ਸਿਧਾਂਤ ਕਿਸੇ ਵਾਦ ਨਾਲ ਜਿਹੜੇ ਕਿ ਵਿਸ਼ੇਸ਼ ਤੌਰ 'ਤੇ ਸੰਬੰਧਿਤ ਨਹੀਂ ਹੈਗੇ। ਤਾਂ 36 ਦੇ ਵਿੱਚ ਕੀ ਆ? ਤੇ ਜੇ ਤੁਹਾਨੂੰ ਇਹ ਐਵੇਂ ਕਨਫਿਊਜ਼ਨ ਰਹੇ ਵੀ 36, 37, 48, 49 ਵਾਲੇ ਕਿਹੜੇ ਸਧਾਰਨ ਨੇ, ਕਿਹੜੇ ਗਾਂਧੀਵਾਦੀ ਨੇ, ਤੁਸੀਂ ਵੈਸੇ ਵੀ ਕੁਐਸਚਨ ਜਿਹੜੇ ਕਿ ਆਪਣਾ ਲਿਖ ਸਕਦੇ ਹੋ ਲੌਂਗ। ਠੀਕ ਹੈ, ਹਾਂਜੀ। 36 ਦੇ ਵਿੱਚ ਹੈਗਾ ਰਾਜ ਸ਼ਬਦ। ਰਾਜ ਸ਼ਬਦ ਦਾ ਅਰਥ ਦੱਸਿਆ ਹੈਗਾ 36 ਅਨੁਛੇਦ 36 ਦੇ ਵਿੱਚ ਆਰਟੀਕਲ ਦੇ ਵਿੱਚ ਵੀ ਰਾਜ ਸ਼ਬਦ ਦਾ ਅਰਥ ਸਮਝਾਇਆ ਗਿਆ ਕਿ ਰਾਜ ਸ਼ਬਦ ਕਿਹਨਾਂ ਲਈ ਵਰਤਿਆ ਗਿਆ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਕਿ ਜਿੱਥੇ ਕਿਤੇ ਵੀ ਰਾਜ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਹਦਾ ਭਾਵ ਕੀ ਹੈ? ਭਾਰਤ ਸਰਕਾਰ, ਸੰਸਦ, ਰਾਜ ਸਰਕਾਰਾਂ, ਰਾਜ ਵਿਧਾਨ ਮੰਡਲ ਤੇ ਦੂਜੀਆਂ ਸਥਾਨਿਕ ਸੰਸਥਾਵਾਂ ਨੇ। ਠੀਕ ਹੈ, ਰਾਜ ਦਾ ਅਰਥ ਹੈ। ਤੇ ਇਸ ਤੋਂ ਇਲਾਵਾ ਅਨੁਛੇਦ 37 ਦੇ ਵਿੱਚ ਕੀ ਹੈ ਕਿ ਇਹ ਸਿਧਾਂਤ ਨਿਆਂਯੋਗ ਨਹੀਂ ਹੈਗੇ। ਬਟ ਇਹਨਾਂ ਅਨੁਛੇਦਾਂ ਦੇ ਵਿੱਚ, ਇਹਨਾਂ ਆਰਟੀਕਲ ਦੇ ਵਿੱਚ ਇਹਨਾਂ ਨੂੰ ਮੌਲਿਕ ਦੱਸਿਆ ਗਿਆ। ਭਾਵ ਕਿ 37 ਦੇ ਵਿੱਚ ਜਿਹੜੇ ਕਿ ਇਹ ਜਿਹੜੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਇਹਨਾਂ ਨੂੰ ਮੌਲਿਕ ਦੱਸਿਆ ਗਿਆ। ਠੀਕ ਹੈ, ਤੇ ਜਿਨ੍ਹਾਂ ਦੇ ਆਧਾਰ ਤੇ ਕਾਨੂੰਨਾਂ ਦਾ ਨਿਰਮਾਣ ਕਰਨਾ ਰਾਜ ਦਾ ਕਰਤੱਵ ਦੱਸਿਆ ਗਿਆ। ਅੱਗੇ ਹੈ ਅਨੁਛੇਦ 44। ਇਸ ਦੇ ਵਿੱਚ ਕੀ ਹੈ ਕਿ ਰਾਜ ਸਾਰੇ ਭਾਰਤ ਦੇ ਵਿੱਚ ਇੱਕ ਸਮਾਨ ਅਸੈਨਿਕ ਵਿਹਾਰ ਨਿਯਮ ਲਾਗੂ ਕਰੂਗਾ। ਭਾਵ ਕਿ ਯੂਨੀਫਾਰਮ ਸਿਵਲ ਕੋਡ ਆ ਜਿਹੜੇ ਕਿ ਦੱਸਿਆ ਗਿਆ 44 ਦੇ ਵਿੱਚ। ਅੱਗੇ ਹੈ 48 ਦੇ ਵਿੱਚ ਕੀ ਹੈ? ਇਹਦੇ ਵਿੱਚ ਕੀ ਹੈ ਵੀ ਆਧੁਨਿਕ ਵਿਗਿਆਨਿਕ ਆਧਾਰ ਤੇ ਖੇਤੀ ਤੇ ਪਸ਼ੂ ਪਾਲਣ ਦੇ ਵਿੱਚ ਸੁਧਾਰ ਕਰਨ ਦੀ ਵਿਵਸਥਾ ਲਈ ਰਾਜ ਨੂੰ ਨਿਰਦੇਸ਼ ਦਿੱਤੇ ਗਏ ਨੇ 48 ਦੇ ਵਿੱਚ। ਤੇ
ਵਿਸ਼ੇਸ਼ ਤੌਰ ਤੇ ਪਸ਼ੂਆਂ ਦੀ ਨਸਲ ਸੁਧਾਰਨ, ਗਊ ਬੱਚਿਆਂ ਤੇ ਇਹ ਹੋਰ ਜਿਹੜੇ ਦੁੱਧ ਵਾਲੇ ਪਸ਼ੂ ਨੇ ਉਹਨਾਂ ਦੀ ਹੱਤਿਆ ਰੋਕਣ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ 48 ਆਰਟੀਕਲ ਦੇ ਅਧੀਨ। ਇਸ ਮਤਲਬ ਕਿ ਸਾਰੇ ਇਹਦੇ ਵਿੱਚ ਖਾਸ ਧਿਆਨ ਰੱਖਣ ਦੇ ਸੁਝਾਅ ਦਿੱਤੇ ਗਏ ਨੇ। 48A ਦੇ ਵਿੱਚ ਕੀ ਹੈ? ਇਹਦੇ ਵਿੱਚ ਆ ਵਾਤਾਵਰਣ ਦੀ ਰੱਖਿਆ ਤੇ ਸੁਧਾਰ ਲਈ ਤੇ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਲਈ ਕਾਰਜ ਦੇ ਰੱਖਿਆ ਇਹਨਾਂ ਦੀ ਜੀਵਨ ਦੀ ਰੱਖਿਆ ਦੇ ਲਈ ਰਾਜ ਜਿਹੜੇ ਕਿ ਯਤਨ ਕਰੇ। ਇਹ ਦੇ ਵਿੱਚ ਦੱਸਿਆ ਗਿਆ 48A ਦੇ ਵਿੱਚ। ਅੱਗੇ ਹੈ 49 ਦੇ ਵਿੱਚ ਕੀ ਹੈ? 49 ਦੇ ਵਿੱਚ ਦੇਸ਼ ਦੇ ਵਿੱਚ ਸਥਿਤ ਇਤਿਹਾਸਿਕ ਮਹੱਤਵ, ਕਲਾਤਮਕ ਰੁਚੀਆਂ ਦੇ ਸਥਾਨ, ਵਸਤੂਆਂ ਨੂੰ ਨਸ਼ਟ ਹੋਣ ਜਾਂ ਮਿਟਾਏ ਜਾਣ ਤੋਂ ਬਚਾਉਣਾ ਜਿਹੜਾ ਕਿ ਰਾਜ ਦਾ ਕਰਤੱਵ ਦੱਸਿਆ ਗਿਆ। 49 ਦੇ ਵਿੱਚ ਕਿਹਾ ਗਿਆ ਵੀ ਜਿਹੜੇ ਇਤਿਹਾਸਿਕ ਇੰਪੋਰਟੈਂਟ ਪਲੇਸਿਸ ਨੇ ਜਾਂ ਕੋਈ ਜਿਹੜੇ ਕਿ ਕਲਾਤਮਕ ਰੁਚੀ ਵਾਲੇ ਜਿਹੜੇ ਵਸਤੂਆਂ ਨੇ ਉਹਨਾਂ ਨੂੰ ਨਸ਼ਟ ਹੋਣ ਜਾਂ ਮਿਟਾਏ ਜਾਣ ਤੋਂ ਬਚਾਉਣਾ ਰਾਜ ਦਾ ਕਰਤੱਵ ਹੈ। ਠੀਕ ਹੈ, ਰਾਜ ਦੀ ਇਹ ਡਿਊਟੀ ਹੈ। ਅੱਗੇ ਹੈ 50 ਦੇ ਵਿੱਚ ਕੀ ਹੈ ਕਿ ਰਾਜ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਲਈ ਜੋ ਕਾਰਵਾਈ ਕਰੇ। ਵੀ ਰਾਜ ਹੈ ਜਿਹੜੇ ਕਿ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਦੇ ਲਈ ਆਪਣੀ ਜੋ ਕਾਰਵਾਈ ਕਰੇ। ਹੁਣ ਸਮਾਜਵਾਦੀ ਸਿਧਾਂਤ ਦੇ ਵਿੱਚ ਕਿਹੜੇ ਨੇ? ਹਾਂਜੀ, ਇਹਨਾਂ ਦੇ ਵਿੱਚ ਆਉਂਦਾ 38 ਆਰਟੀਕਲ 38। ਇਹਦੇ ਵਿੱਚ ਕੀ ਕਿਹਾ ਗਿਆ? ਹਾਂਜੀ, ਇਹਦੇ ਵਿੱਚ ਕਿਹਾ ਗਿਆ ਕਿ ਰਾਜ ਇੱਕ ਅਜਿਹੀ ਵਿਵਸਥਾ ਦੀ ਸਥਾਪਨਾ ਦੁਆਰਾ ਜਨ ਕਲਿਆਣ ਦੇ ਵਿਕਾਸ ਲਈ ਯਤਨ ਕਰੇਗਾ ਜਿਹਦੇ ਰਾਸ਼ਟਰੀ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਉਪਲਬਧ ਹੋਵੇ। 38B ਦੇ ਵਿੱਚ ਕੀ ਹੈ ਕਿ ਰਾਜ ਨਾ ਕੇਵਲ ਵਿਅਕਤੀਆਂ ਸਗੋਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਰਹਿਣ ਵਾਲੇ ਵੱਖ-ਵੱਖ ਪੇਸ਼ਿਆਂ ਵਿੱਚ ਲੱਗੇ ਲੋਕਾਂ ਦੇ ਸਮੂਹਾਂ ਦੀ ਆਮਦਨ ਦੀਆਂ ਅਸਮਾਨਤਾਵਾਂ ਨੂੰ ਘੱਟ ਕਰਨ, ਰੁਤਬਿਆਂ, ਸਹੂਲਤਾਂ, ਅਵਸਰਾਂ ਦੀਆਂ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਯਤਨ ਕਰੂਗਾ। ਅੱਗੇ ਹੈ 39 ਦੇ ਵਿੱਚ ਕੀ ਹੈ ਕਿ ਰਾਜ ਦੀ ਨੀਤੀ ਦੇ ਨਿਰਮਾਣ ਲਈ ਉਦੇਸ਼ਾਂ ਦੀ ਪ੍ਰਾਪਤੀ ਲਈ ਜਿਹੜੀ ਕੀ ਕਰੇਗਾ, ਜਿਵੇਂ ਕਿ ਪੁਰਖ ਤੇ ਇਸਤਰੀ ਨੂੰ ਰੋਜੀ ਕਮਾਉਣ ਦੇ ਉਚਿਤ ਸਾਧਨ ਪ੍ਰਾਪਤ ਕਰਨ ਦਾ ਸਮਾਨ ਅਧਿਕਾਰ ਪ੍ਰਾਪਤ ਹੋਵੇ। 39 ਦੇ ਵਿੱਚ ਕਿਹਾ ਗਿਆ ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਐਵੇਂ ਹੋਵੇ ਜਿਸ ਦੇ ਨਾਲ ਵੱਧ ਤੋਂ ਵੱਧ ਜਿਹੜੇ ਕਿ ਲੋਕ ਕਲਿਆਣ ਹੋ ਸਕੇ। ਇਹ ਵੀ 39 ਦੇ ਵਿੱਚ ਕਿਹਾ ਗਿਆ। ਅੱਗੇ ਹੈ ਇਹਦੇ ਸੀ ਪਾਰਟ ਦੇ ਵਿੱਚ 39 ਚ ਅੱਗੇ ਦੇਸ਼ ਦੇ ਆਰਥਿਕ ਢਾਂਚਾ ਐਵੇਂ ਦਾ ਹੋਣਾ ਚਾਹੀਦਾ ਕਿ ਧਨ ਤੇ ਉਪਜ ਦੇ ਸਾਧਨ ਸਾਂਝੀ ਭਲਾਈ ਦੇ ਵਿਰੁੱਧ ਥੋੜੇ ਜਿਹੇ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਇਕੱਠੇ ਨਾ ਹੋਣ, ਬਲਕਿ ਇਹ ਸਭ ਦੇ ਲਈ ਯੂਜ਼ ਹੋਣ। ਠੀਕ ਹੈ, ਅੱਗੇ ਹੈ ਇਸਤਰੀਆਂ ਦੇ ਪੁਰਖਾਂ ਨੂੰ ਇੱਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖਾਹ ਦਿੱਤੀ ਜਾਵੇ। ਠੀਕ ਹੈ, ਮੇਲ ਤੇ ਫੀਮੇਲ ਨੂੰ ਭਾਵੇਂ ਕਿ ਜਿਹੜੇ ਵੀ ਕੰਮ ਕਰ ਰਹੇ ਨੇ ਉਹਨਾਂ ਲਈ ਇਕੁਅਲ ਪੇ ਹੋਣੀ ਚਾਹੀਦੀ ਆ। ਅੱਗੇ ਹੈ ਦੇ ਵਿੱਚ ਕਿਰਤੀਆਂ ਪੁਰਖਾਂ ਤੇ ਇਸਤਰੀਆਂ ਦੀ ਸਿਹਤ, ਸ਼ਕਤੀ ਤੇ ਬੱਚਿਆਂ ਦੀ ਨਾਜ਼ੁਕ ਉਮਰ ਦੀ ਕੁਵਰਤੋਂ ਨਾ ਕੀਤੀ ਜਾਵੇ। ਨਾਗਰਿਕਾਂ ਨੂੰ ਆਰਥਿਕ ਸੰਕਟ ਤੋਂ ਮਜਬੂਰ ਹੋ ਕੇ ਅਜਿਹੇ ਕੰਮ ਨਾ ਕਰਨ ਦਿੱਤੇ ਜਾਣ ਜਿਨ੍ਹਾਂ ਦੀ ਉਹਨਾਂ ਤੋਂ ਉਮਰ ਤੇ ਸਿਹਤ ਦੇ ਅਨੁਕੂਲ, ਭਾਵ ਕਿ ਉਮਰ ਤੇ ਸਿਹਤ ਦੇ ਅਕੋਰਡਿੰਗ ਜਿਹੜੇ ਕਿ ਕੰਮ ਦਿੱਤਾ ਜਾਵੇ। ਤੇ ਇਸ ਤੋਂ ਇਲਾਵਾ ਨਹੀਂ, ਬੱਚਿਆਂ ਨੂੰ ਸੁਤੰਤਰ ਤੇ ਗੌਰਵ ਦੀਆਂ ਅਵਸਥਾਵਾਂ ਵਿੱਚ ਸਵਸਥ ਰੂਪ ਦੇ ਵਿੱਚ ਵਿਕਸਿਤ ਹੋਣ ਲਈ ਓਪਰਚੁਨਿਟੀਜ਼ ਦੇਣ ਤੇ ਸਹੂਲਤਾਂ, ਫੈਸਿਲਿਟੀਜ਼ ਦੇਣ ਤੇ ਬੱਚਿਆਂ ਦੇ ਜਵਾਨਾਂ ਦੀ ਲੁੱਟ ਖਸੁੱਟ ਤੇ ਨੈਤਿਕ ਤੇ ਭੌਤਿਕ ਉਪਰਾਮਤਾ ਤੋਂ ਸੁਰੱਖਿਅਤ ਹੋ ਸਕੇ। ਅੱਗੇ 39A ਆਰਟੀਕਲ ਦੇ ਵਿੱਚ ਕੀ ਆ? ਇਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਸ ਗੱਲ ਦਾ ਰਾਜ ਇਸ ਗੱਲ ਦਾ ਯਤਨ ਕਰੂਗਾ, ਇਸ ਲਈ ਟਰਾਈ ਕਰੂਗਾ ਕਿ ਕਾਨੂੰਨ ਪ੍ਰਣਾਲੀ ਸਮਾਨ ਅਫਸਰਾਂ ਦੇ ਆਧਾਰ ਤੇ ਨਿਆਂ ਨੂੰ ਵਿਕਸਿਤ ਕਰੇ। ਇਸ ਉਦੇਸ਼ ਦੇ ਲਈ ਰਾਜ ਵਿਸ਼ੇਸ਼ ਰੂਪ ਦੇ ਵਿੱਚ ਉਚਿਤ ਕਾਨੂੰਨ, ਯੋਜਨਾਵਾਂ ਜਾਂ ਕਿਸੇ ਹੋਰ ਵਿਧੀ ਦੁਆਰਾ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ ਕਰੇ ਤਾਂ ਜੋ ਕੋਈ ਵੀ ਨਾਗਰਿਕ ਆਰਥਿਕ ਜਾਂ ਕੁਝ ਹੋਰ ਅਯੋਗਤਾਵਾਂ ਦੇ ਕਾਰਨ ਨਿਆਂ ਪ੍ਰਾਪਤ ਕਰਨ ਦੀ ਜਿਹੜੇ ਕਿ ਅਫਸਰਾਂ ਤੋਂ ਵਾਂਝਾ ਨਾ ਹੋ ਰਹਿ ਸਕੇ। ਅੱਗੇ ਹੈ ਆਰਟੀਕਲ 41 ਦੇ ਵਿੱਚ ਕੀ ਹੈ ਕਿ ਰਾਜ ਆਪਣੀ ਆਰਥਿਕ ਸਮਰੱਥਾ ਤੇ ਵਿਕਾਸ ਦੀਆਂ ਸੀਮਾਵਾਂ ਦੇ ਅੰਦਰ ਰਹਿੰਦਾ ਹੋਇਆ ਕੰਮ ਦੇ ਅਧਿਕਾਰ, ਵਿੱਦਿਆ ਦੇ ਅਧਿਕਾਰ ਤੋਂ ਇਲਾਵਾ ਬੇਰੁਜ਼ਗਾਰੀ, ਬੁਢਾਪਾ, ਬਿਮਾਰੀਆਂ, ਸਮਰੱਥਾ ਦੀ ਹਾਲਤ ਦੇ ਵਿੱਚ ਸਰਵਜਨਕ ਸਹਾਇਤਾ ਦੇਣ ਦੇ ਲਈ ਪ੍ਰਭਾਵਸ਼ਾਲੀ ਵਿਵਸਥਾ ਕਰੇ। 42 ਦੇ ਵਿੱਚ ਕਿ ਰਾਜ ਕੰਮਾਂ ਦੀ ਉਚਿਤ ਤੇ ਮਾਨਵੀ ਅਵਸਥਾਵਾਂ ਦੀ ਤੇ ਜਨੇਪੇ ਦੀ ਜਿਹੜੇ ਕਿ ਸਹਾਇਤਾ ਕਰੇ। ਤੇ 43 ਦੇ ਵਿੱਚ ਰਾਜ ਖੇਤੀਬਾੜੀ ਉਦਯੋਗੀ ਇੱਕ ਦੂਜੇ ਕਿਰਤੇ ਲਈ ਚੰਗੇ ਵੇਤਨ, ਕੰਮ ਦੀਆਂ ਅਵਸਥਾਵਾਂ ਜਿਹੜੇ ਕਿ ਅਵਸਥਾਵਾਂ ਕਰੇ ਤਾਂ ਜੋ ਉਹਨਾਂ ਦੇ ਜੀਵਨ ਪੱਧਰ ਨੂੰ ਜਿਹੜੇ ਕਿ ਚੰਗਾ ਬਣਾਇਆ ਜਾ ਸਕੇ ਤੇ ਵਿਹਲੇ ਸਮੇਂ ਦੇ ਵਿੱਚ ਸਮਾਜਿਕ ਤੇ ਸੱਭਿਆਚਾਰਕ ਅਵਸਰਾਂ ਦਾ ਆਨੰਦ ਮਾਣ ਸਕੇ। 43A ਦੇ ਵਿੱਚ ਕਿ ਰਾਜ ਉਚਿਤ ਕਾਨੂੰਨ ਜਾਂ ਕਿਸੇ ਹੋਰ ਵਿਧੀ ਦੁਆਰਾ ਇਸ ਉਦੇਸ਼ ਲਈ ਯਤਨ ਕਰੇਗਾ ਕਿ ਜਿਹਦੇ ਨਾਲ ਉਦਯੋਗਾਂ ਨਾਲ ਸੰਬੰਧਿਤ ਜਿਹੜੇ ਅਦਾਰੇ ਨੇ ਜਾਂ ਜਿਹੜੇ ਦੂਜੇ ਸੰਸਥਾਵਾਂ ਦੇ ਪ੍ਰਬੰਧ ਵਿੱਚ ਕਿਰਤੀਆਂ ਨੂੰ ਸਹਿਯੋਗੀ ਬਣਾਇਆ ਜਾਵੇ। 45 ਦੇ ਵਿੱਚ ਰਾਜ ਸੰਵਿਧਾਨ ਦੇ ਲਾਗੂ ਹੋਣ ਤੋਂ 10 ਸਾਲ ਦੇ ਅੰਦਰ 14 ਸਾਲ ਤੱਕ ਦੀ ਸਾਰੀ ਉਮਰ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਜਿਹੜੇ ਵਿਵਸਥਾ ਕਰੂਗਾ। ਤੇ ਭਾਰਤੀ ਸੰਸਦ ਦੁਆਰਾ ਦਸੰਬਰ 2002 ਦੇ ਵਿੱਚ ਪਾਸ ਹੋਇਆ 86ਵੀਂ ਸੰਵਿਧਾਨਿਕ ਸੋਧ ਦੁਆਰਾ ਇਹ ਨਿਰਦੇਸ਼ਕ ਸਿਧਾਂਤ ਨੂੰ ਮੌਲਿਕ ਅਧਿਕਾਰ ਦਾ ਜਿਹੜੇ ਕਿ ਰੂਪ ਦਿੱਤਾ ਗਿਆ, ਭਾਵ ਕਿ ਜਿਹੜਾ ਹੁਣ ਸਿੱਖਿਆ ਦਾ ਅਧਿਕਾਰ ਮੁਫਤ ਹੈ ਤੇ ਇਹ ਪਹਿਲਾਂ 45 ਆਰਟੀਕਲ ਦੇ ਅਧੀਨ ਸੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ। ਅੱਗੇ 47 ਦੇ ਵਿੱਚ
ਰਾਜ ਲੋਕਾਂ ਦੀ ਖੁਰਾਕ ਦੇ ਪੱਧਰ ਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਤੇ ਜਨਤਕ ਸਿਹਤ ਨੂੰ ਸੁਧਾਰਨ ਲਈ ਆਪਣਾ ਵਡਮੁੱਲਾ ਕਰਤੱਵ ਸਮਝੇਗਾ। ਤੇ ਗਾਂਧੀਵਾਦੀ ਸਿਧਾਂਤਾਂ ਦੇ ਵਿੱਚ ਆ ਜਾਣਗੇ ਕਿ ਇਹ ਜਿਹੜੇ ਕਿ ਇਸ ਸ਼੍ਰੇਣੀ ਦੇ ਵਿੱਚ ਉਹ ਸਿਧਾਂਤ ਸ਼ਾਮਲ ਕਰੇ ਗਏ ਨੇ ਜਿਹੜੇ ਅਜਿਹੇ ਸਮਾਜ ਦੀ ਸਥਾਪਨਾ ਕਰਦੇ ਨੇ ਜਿਹੜਾ ਗਾਂਧੀ ਜੀ ਦਾ ਸੁਪਨਾ ਸੀ। ਠੀਕ ਹੈ, ਹਾਂਜੀ। ਇਹਦੇ ਵਿੱਚ ਆਰਟੀਕਲ 40 ਆਉਂਦਾ, ਜਿਸ ਦੇ ਵਿੱਚ ਰਾਜ ਪੇਂਡੂ ਪੰਚਾਇਤਾਂ ਦਾ ਸੰਗਠਨ ਲਈ ਯਤਨ ਕਰੇਗਾ ਤੇ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਤੇ ਸੱਤਾ ਦੇਊਗਾ ਜਿਨ੍ਹਾਂ ਨਾਲ ਉਹ ਸਵੈ ਸ਼ਾਸਨ ਦੀਆਂ ਇਕਾਈਆਂ ਦੇ ਰੂਪ ਦੇ ਵਿੱਚ ਕੰਮ ਕਰਨਗੇ। 43 ਦੇ ਵਿੱਚ ਰਾਜ ਪੇਂਡੂ ਖੇਤਰ ਦੇ ਵਿੱਚ ਵਿਅਕਤੀ ਸਹਿਕਾਰੀ ਆਧਾਰ ਤੇ ਘਰੇਲੂ ਉਦਯੋਗ ਦੇ ਵਿਕਾਸ ਲਈ ਯਤਨ ਕਰੂਗਾ। 46 ਰਾਜ ਲੋਕਾਂ ਦੇ ਕਮਜ਼ੋਰ ਵਰਗਾਂ ਤੇ ਵਿਸ਼ੇਸ਼ ਕਰਕੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਵਿਦਿਅਕ ਆਰਥਿਕ ਹਿੱਤਾਂ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕਰੂਗਾ ਤੇ ਸਮਾਜਿਕ ਅਨਿਆਏ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਰੱਖਿਆ ਕਰੂਗਾ। 47 ਦੇ ਵਿੱਚ ਰਾਜ ਸ਼ਰਾਬ ਹੋਰ ਨਸ਼ੀਲੀਆਂ ਵਸਤੂਆਂ ਜਿਹੜੀ ਸਿਹਤ ਲਈ ਹਾਨੀਕਾਰਕ ਨੇ ਉਹਨਾਂ 'ਤੇ ਪਾਬੰਦੀ ਲਗਾਉਣ ਦਾ ਯਤਨ ਕਰੂਗਾ। ਤੇ ਅੱਗੇ ਹੈ ਅੰਤਰਰਾਸ਼ਟਰਵਾਦੀ ਸਿਧਾਂਤ ਹੈਗੇ ਨੇ, ਇਹ ਆਉਂਦਾ 51 ਜਿਹੜਾ ਆਰਟੀਕਲ ਹੈ, 51 ਆਰਟੀਕਲ। ਇਹਦੇ ਵਿੱਚ ਜਿਹੜੇ ਕਿ 51 ਆਰਟੀਕਲ ਜਿਹੜਾ ਕਿ ਉਹਦੇ ਨਾਲ ਸੰਬੰਧਿਤ ਆ, ਵਿਦੇਸ਼ ਨੀਤੀ ਨਾਲ ਸੰਬੰਧਿਤ ਆ। ਇਹਦੇ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦਾ ਵਿਕਾਸ ਹੋਵੇ, ਵੱਖ-ਵੱਖ ਰਾਸ਼ਟਰਾਂ ਵਿਚਕਾਰ ਨਿਆਂ ਤੇ ਸਨਮਾਨਮਈ ਸੰਬੰਧ ਸਥਾਪਿਤ ਹੋਣ, ਸੰਗਠਿਤ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕਰਨ ਲਈ ਅੰਤਰਰਾਸ਼ਟਰੀ ਕਾਨੂੰਨ ਤੇ ਸੰਧੀਆਂ ਲਈ ਆਦਰ ਭਾਵਨਾ ਹੋਵੇ ਤੇ ਸਾਲਸ ਦੁਆਰਾ ਅੰਤਰਰਾਸ਼ਟਰੀ ਝਗੜਿਆਂ ਨੂੰ ਨਿਪਟਾਉਣ ਲਈ ਉਤਸ਼ਾਹ ਮਿਲੇ। ਠੀਕ ਹੈ, ਇਹ ਆਉਂਦੇ ਨੇ ਅੰਤਰਰਾਸ਼ਟਰਵਾਦੀ ਜਿਹੜੇ ਕਿ ਸਿਧਾਂਤ। ਅੱਗੇ ਇਹਨਾਂ ਦਾ ਮੁਲਾਂਕਣ ਦੇ ਵਿੱਚ ਜਿਹੜੇ ਕਿ ਤੁਸੀਂ ਪੜ੍ਹ ਲੈਣਾ ਵੀ ਇਹਨਾਂ ਦੇ ਵਿੱਚ ਕੀ ਇਹਨਾਂ ਦੇ ਵਿੱਚ ਇਵੈਲੂਏਸ਼ਨ ਕੀਤੀ ਗਈ ਹੈ ਵੀ ਇਹ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹੈਗੇ ਕਿਉਂਕਿ ਇਹਨਾਂ ਨੂੰ ਮਤਲਬ ਕਿ ਅਦਾਲਤਾਂ ਦੁਆਰਾ ਲਾਗੂ ਨਹੀਂ ਕਰਵਾਇਆ ਜਾ ਸਕਦਾ ਤੇ ਇਹ ਇਹਨੂੰ 37 ਆਰਟੀਕਲ ਦੇ ਵਿੱਚ ਇਹਨਾਂ ਲਈ ਇਹ ਜ਼ਰੂਰ ਕਿਹਾ ਗਿਆ ਕਿ ਇਹ ਮੌਲਿਕ ਨੇ। ਠੀਕ ਹੈ, ਤੇ ਇਹ ਸਿਧਾਂਤ ਥੋਪੇ ਵਾਅਦੇ ਤੇ ਪਵਿੱਤਰ ਭਾਵਨਾਵਾਂ ਨੇ। ਠੀਕ ਹੈ, ਥੋਥੇ ਵਾਅਦੇ ਤੇ ਪਵਿੱਤਰ ਭਾਵਨਾਵਾਂ ਨੇ ਤੇ ਨਿਰਦੇਸ਼ਕ ਸਿਧਾਂਤਾਂ ਦੀ ਵਿਵਸਥਾ ਤਰਕਪੂਰਨ ਨਹੀਂ ਹੈਗੀ। ਠੀਕ ਹੈ, ਤੇ ਭਾਵ ਕਿ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਅੰਕਿਤ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਉਹਨਾਂ ਨੂੰ ਪਸੰਦ ਕਰੂਗੀ। ਤੇ ਸਮੇਂ ਦੀ ਚਾਲ ਦੇ ਨਾਲ ਮਾਨਵਤਾ ਦੇ ਵਿਚਾਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਪ੍ਰਤੱਖ ਹੋ ਰਹੀ ਹੈ ਤੇ ਇਸ ਲਈ ਆਉਣ ਵਾਲੀ ਪੀੜ੍ਹੀ ਇਹਨਾਂ ਸਿਧਾਂਤਾਂ ਨੂੰ ਬੰਨਣਾ ਕੋਈ ਨਿਆਂਪੂਰਨ ਗੱਲ ਨਹੀਂ ਹੈਗੀ। ਤੇ ਤੁਸੀਂ ਇਹ ਜ਼ਰੂਰ ਪੁਆਇੰਟ ਰੀਡ ਕਰ ਲੈਣੇ ਨੇ। ਠੀਕ ਹੈ, ਇਹ ਅਨਿਸ਼ਚਿਤ ਤੇ ਅਸਪਸ਼ਟ ਨੇ, ਮਤਲਬ ਕਿ ਜੇ ਕਈ ਵਾਰ ਐਵੇਂ ਵੀ ਆ ਜਾਏ ਕਿ ਇਹਦੇ ਆਲੋਚਨਾਤਮਕ ਵਰਣਨ ਕਰੋ ਤਾਂ ਵੀ ਇਹ ਪੁਆਇੰਟ ਵਿੱਚ ਆ ਜਾਣਗੇ। ਠੀਕ ਹੈ, ਐਡ। ਤੇ ਅੱਗੇ ਇਹਨਾਂ ਦੀ ਮਹੱਤਤਾ ਕੀ ਹੈ? ਨਿਰਦੇਸ਼ਕ ਸਿਧਾਂਤ ਮੌਲਿਕ ਨੇ ਕਿਉਂਕਿ 37 ਆਰਟੀਕਲ 'ਚ ਕਿਹਾ ਗਿਆ ਸਰਕਾਰ ਲਈ ਅਗਵਾਈ ਦੇ ਉਪਦੇਸ਼ ਦੇ ਤੌਰ 'ਤੇ ਕੰਮ ਕਰਦੇ ਨੇ ਤੇ ਇਹਦਾ ਉਦੇਸ਼ ਕੀ ਆ? ਕਲਿਆਣਕਾਰੀ ਰਾਜ ਦਾ ਆਦਰਸ਼ ਤਰੀਕੇ ਦਾ ਜਿਹੜੇ ਕਿ ਸਮਾਜ ਦੀ ਸਥਾਪਨਾ ਕਰਨਾ। ਤੇ ਨਿਰਦੇਸ਼ਕ ਸਿਧਾਂਤ ਅਦਾਲਤਾਂ ਲਈ ਰਾਹ ਦਰਸਾਊ ਵਾਲੇ ਬਣਦੇ ਨੇ। ਠੀਕ ਹੈ, ਤੇ ਇਸ ਤੋਂ ਇਲਾਵਾ ਲਾਭਦਾਇਕ ਸਦਾਚਾਰਕ ਆਦਰਸ਼ ਨੇ ਇਹ। ਤੇ ਸਿਧਾਂਤ ਵਿਸ਼ੇ ਵਸਤੂ ਸੰਬੰਧੀ ਕੋਈ ਵਿਵਾਦ ਨਹੀਂ ਹੈਗਾ ਇਹਨਾਂ ਦੇ ਵਿੱਚ। ਕਾਨੂੰਨ ਸ਼ਕਤੀ ਦੀ ਸਪਸ਼ਟ ਘਾਟ ਇਹਨਾਂ ਸਿਧਾਂਤਾਂ ਨੂੰ ਵਿਅਰਥ ਨਹੀਂ ਬਣਾਉਂਦੀ। ਠੀਕ ਹੈ, ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪਰਖਣ ਦੀ ਇੱਕ ਸਵੱਟੀ ਇਹਨਾਂ ਦੇ ਵਿੱਚ। ਨਿਰਦੇਸ਼ਕ ਸਿਧਾਂਤਾਂ ਦੀ ਮਹੱਤਤਾ ਨੂੰ ਮਾਨਤਾ ਇਹਨਾਂ ਦੇ ਵਿੱਚ। ਸਿਧਾਂਤ ਵਿਅਰਥ ਨਹੀਂ ਹੈਗੇ।